कुछ लोगों ने उस दिन मेरे मदर ते उंगल चुकी सी कि इहदी मां रली होगी इहदे नाल, इहने इदां कीता होगा। सर किसी नूं पता लगे कि कोई भी मां ये नहीं चाहती कि ओहदी कुड़ी दा घर खराब होए। अगर वो मैरिड हैगी आ एंड वो खुश हैगी अपनी लाइफ से, अगर ओनू पता आ कि मेरी औलाद ऑलरेडी बहुत ज्यादा सफर कर चुकी आ, वो इसे करके कह रही आ कि इस रिश्ते दे विच कुछ नहीं रह गया सर। एंड अगर सर इनू जे लगदा आ कि इन्ना कुछ करके ये चाहता आ, सर इन्हें एक बार भी कहा रेडियो चैनल ते आके कि मेरे नाल राजीनामा कर लैन, जे ये कुड़ी नहीं मानती मैं पैसे ले लेना इन्हां को, असीं तैयार हाँ सर इनू पैसे देण लई। सिमरन कितना समय हो गया है तुहानू इत्थे 2017 च आए हो? नहीं सर मैं 2019 7 अगस्त ਨੂੰ ਆਈ ਸੀ ਇੱਥੇ। आई सी कुछ महीने बाद फिर लॉकडाउन हो गया। ਹਾਂਜੀ ਹਾਂਜੀ। आई सी ਤੁਸੀਂ ਪੰਜਾਬ ਤੋਂ ਸ਼ਾਦੀशुदा ਹੋ, ਤੁਹਾਡੇ ਹਸਬੰਦ ਦਾ ਨਾਮ ਪੀਰ ਆ, ਆਮ ਰਾਈਟ? ਹਾਂਜੀ ਯੂ ਆਰ ਰਾਈਟ। ਜੀ ਸ਼ਨੀਵਾਰ ਨੂੰ ਤੁਹਾਡੀ ਗੱਲਬਾਤ ਕਰਾਈ ਸੀ, ਉਹਨਾਂ ਨੇ ਕੁਝ ਸ਼ਿਕਵੇ ਆ ਕਿ ਜਦੋਂ ਅਸੀਂ ਗੱਲਬਾਤ ਕਰਦੇ ਆ ਮੇਰੇ ਨਾਲ ਲੰਬਾ ਸਮਾਂ ਰਹੇ ਨੇ, ਮੇਰੇ ਕਰਕੇ ਇਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ, ਮੈਨੂੰ ਜ਼ਮਾਨਤ ਤੇ ਲਿਆ ਕੇ ਮੇਰੇ ਕੇਸ ਨੂੰ ਡਿਸਮਿਸ ਕਰਾਇਆ ਅਤੇ ਮੈਨੂੰ ਪਿਆਰ ਕੀਤਾ ਤੇ ਮੈਂ ਸ਼ਾਦੀ ਕੀਤੀ ਤੇ ਉਸ ਤੋਂ ਬਾਅਦ ਪਿਆਰ ਨਾਲ ਤੁਹਾਨੂੰ 에ਅਰਪੋਰਟ ਛੱਡਣ ਆਏ। ਤਾਂ ਉਸ ਤੋਂ ਬਾਅਦ ਸਟੋਰੀ ਕਿੱਥੇ ਖਤਮ ਹੋਈ ਸ਼ਨੀਵਾਰ ਨੂੰ ਕਿ ਤੁਸੀਂ ਇੱਥੇ ਆਣ ਕੇ ਇਹਨਾਂ ਨੂੰ ਜਵਾਬ ਦਿੱਤਾ। ਜਦੋਂ ਤੁਹਾਨੂੰ ਕਾਲ ਕਰਦਾ ਹਸਬੈਂਡ ਤਾਂ ਤੁਸੀਂ ਕੜਤਨ ਭਰੇ ਸ਼ਬਦਾਂ ਨਾਲ ਉਹਨਾਂ ਦਾ ਜਵਾਬ ਦਿੰਦੇ ਹੋ। ਕੀ ਕਹਿਣਾ ਚਾਹੁੰਦੇ ਹੋ ਸਿਮਰਨ? ਹਾਂਜੀ ਸਰ ਐਕਚੁਅਲੀ ਇਹ ਡਬਲ ਸਟੈਂਡਰਡ ਆ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਜੇਲ੍ਹ ਕਟਵਾਈ ਆ ਐਂਡ ਬਾਅਦ ਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਕਰਕੇ ਮੈਂ ਉਹਨਾਂ ਦੀ ਜ਼ਮਾਨਤ ਕਰਵਾਈ ਆ, ਇਦਾਂ ਆ ਉਦਾਂ ਆ। ਸਰ ਫਸਟ ਆਫ ਆਲ ਸਭ ਲਈ ਇਹ ਇੱਕ ਹੈਡਲਾਈਨ ਹੋਏਗੀ, ਨਿਊਜ਼ ਹੋਏਗੀ। nobody heard what happened to me in the past in the last 7 years। ਅੱਜ ਵੀ ਸਰ ਮੇਰੇ ਕੋਲ ਤਾਂ ਨਹੀਂ ਹੈਗੀ, ਬਟ ਸਰ ਉਹ ਲਾਇਰ ਗਵਾਹ ਹੈਗੇ ਨੇ ਸਾਡੇ ਇਲਾਕੇ ਦੇ ਹੀ ਨੇ, ਉਹ ਬਟਾਲਾ ਦੇ ਰਜਿੰਦਰ ਚੌਧਰੀ। ਉਹਨਾਂ ਨੂੰ ਪਤਾ ਆ ਸਰ, ਉਹਨਾਂ ਨੇ ਕੇਸ ਕੀਤਾ ਸੀ ਐਂਡ ਮੈਂ ਲੋਕਾਂ ਨੂੰ ਇਹ ਜਵਾਬ ਦੇਣਾ ਚਾਹੂੰਗੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਗਰ ਤੈਨੂੰ ਡਿਵੋਰਸ ਚਾਹੀਦਾ ਸੀ ਤੂੰ ਉੱਥੇ ਕਿਉਂ ਨਹੀਂ ਸੀ ਲਿਆ। ਸਰ ਮੈਂ ਉੱਥੇ ਫਾਈਲ ਕੀਤਾ ਸੀ ਡਿਵੋਰਸ, ਬਟ ਸਰ ਇਸ ਬੰਦੇ ਨੇ ਮੇਰੀ ਵਾਹ ਪੇਸ਼ ਨਹੀਂ ਜਾਣ ਦਿੱਤੀ ਕਿਉਂਕਿ ਮੈਨੂੰ ਫੈਮਿਲੀ ਦੀ ਸਪੋਰਟ ਨਹੀਂ ਸੀ ਹੈਗੀ ਐਕਸੈਪਟ ਮਾਈ ਮਦਰ। ਐਂਡ ਸਰ ਰਹੀ ਗੱਲ ਪੈਸੇ ਦੀ, I don't think it's good कि रेडियो चैनल ते आके अपनी पर्सनल लाइफ नू डिस्कलोज करना इट्स अ गुड थिंग, बट हाँ अगर ने कर ही दिता आ मैं ही कहूंगी सिंपल क्लीयर कट थिंग हैगी आ कि जिन्ने भी उन्हें सिर्फ सर 30% मेरे ते इन्वेस्ट किया आ, लाया आ उन्हें मेरे ते। एंड अगर वो कहता है कि मैं तेरे ते सारा पैसा लाया इदा उदा आ, सर वो प्रूफ दे देगी उन्हें मेरे ते सारे पैसे लाया, एटलीस्ट ओहदे कोल प्रूफ ते होणगे एंड ओहदा रैकॉर्ड जाके तुसी चेक करो कि वो किन्ने पैसे कमाਉਂਦਾ ਆ महीने दे। एंड ਉਹਨੇ ਮੇਰੇ ਕਰਕੇ अगर कुछ ਵੇਚਿਆ ਆ ਆਪਣਾ, मैं यही कहना चाहूंगी सब ਨੂੰ कि मैं पिछले कुछ महीनों ਦੇ ਵਿੱਚ I got positive for COVID and I got 2 heart attacks। Oh my God। and sir ਇਸ ਬੰਦੇ ਨੇ ਮੈਨੂੰ ਉਸ ਟਾਈਮ ਤੇ ਮੈਂਟਲੀ ਇਨਾ ਡਿਪਰੈਸ ਕੀਤਾ, ਮੈਂ ਮੈਡੀਕੇਸ਼ਨ ਤੇ ਆ ਇਸ ਟਾਈਮ ਵੀ, but I don't want to get weak। I just want to say one thing कि I need divorce। and ਇਹਨੇ ਜਿਹੜਾ ਆਪਣਾ 30% ਲਾਇਆ ਸਰ ਮੈਂ ਰੈਡੀ ਆ ਇਹਨੂੰ ਵਾਪਸ ਕਰਨ ਦੀ। ਕਲੀਅਰ ਕੱਟ ਥਿੰਗ ਆ ਸਰ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹਰਸਿਮਰਨ ਬਿਲਕੁਲ ਤੁਸੀਂ ਘਬਰਾਉਣਾ ਨਹੀਂ ਬੇਟਾ, ਮੈਂ ਦੱਸਿਆ ਕਿ ਜ਼ਿੰਦਗੀ ਵਿੱਚ ਡੀਲ ਕਰਨਾ ਸਿੱਖੀਦਾ ਔਰ ਤੁਸੀਂ ਬੜੇ ਸਿਆਣੇ ਹੋ, ਵੈਲ ਐਜੂਕੇਟਡ ਹੋ ਔਰ ਓਵਰ ਕੁਆਲੀਫਾਈਡ ਹੋ ਔਰ ਇਸ ਦੇ ਮੁਤਾਬਕ ਔਰ ਤੁਸੀਂ ਡੀਲ ਕਰੋ ਔਰ ਡੀਲ ਕਰ ਰਹੇ ਹੋ। ਨੋ ਮੈਟਰ ਇਸ਼ੂ ਹਰ ਘਰ ਦੇ ਵਿੱਚ ਹੁੰਦੇ ਨੇ, ਸੰਸਾਰ ਵਿੱਚ ਹੁੰਦੇ ਨੇ, ਵੱਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਇਸ਼ੂ ਹੁੰਦੇ ਨੇ ਔਰ ਉਹ ਵੀ ਘਬਰਾਹਟ ਵਿੱਚ ਹੁੰਦੀਆਂ ਨੇ। ਕਦੇ ਘਬਰਾਓ ਨਾ ਔਰ ਡੀਲ ਕਰੋ ਔਰ ਜ਼ਿੰਦਗੀ ਵਿੱਚ ਡੀਲ ਕਰਨਾ ਔਰ ਹਰ ਚੀਜ਼ ਨੂੰ ਡੀਲ ਕਰਨਾ ਪੈਣਾ। ਡੀਲ ਤੋਂ ਬਗੈਰ ਅਸੀਂ ਸਰਵਾਈਵ ਨਹੀਂ ਕਰ ਸਕਦੇ। ਨੋ ਮੈਟਰ ਬਟ ਤੁਸੀਂ ਫਿਰ ਆਪਣੇ ਹਸਬੈਂਡ ਨੂੰ ਲੋਕਾਂ ਨੇ ਵਿਚਾਰ ਦਿੱਤਾ ਸੀ ਕਿ ਤੁਸੀਂ ਉਹਦੇ ਨਾਲ ਵਿਆਹ ਕਰਾ ਕੇ ਚੋਰੀ ਵਿਆਹ ਕਰਾਇਆ ਮਾਤਾ ਪਿਤਾ ਤੋਂ। ਤੁਹਾਡੀ ਕਿਹੜੀ ਸੀ ਮਜਬੂਰੀ ਸੀ? ਛੋਟੀ ਉਮਰ ਦੇ ਵਿੱਚ ਤੁਹਾਡਾ ਪਿਆਰ ਪੈ ਗਿਆ। ਤੁਸੀਂ ਮੇਰੇ ਖਿਆਲ ਕਿ 18 ਸਾਲ ਤੋਂ ਘੱਟ ਸੀਗੇ ਜਦੋਂ ਤੁਹਾਨੂੰ ਇਹਨੇ ਆਪਣੀ ਕਲਾਵੇ ਵਿੱਚ ਲੈ ਲਿਆ, ਮਤਲਬ ਤੁਹਾਨੂੰ ਆਪਣੀ ਜ਼ਿੰਦਗੀ ਦੇ ਕਲਾਵੇ ਵਿੱਚ ਲੈ ਲਿਆ। ਹਾਂਜੀ ਮੈਂ 17 ਸੀ, ਮੈਂ ਅੰਡਰ ਏਜ ਸੀ ਐਂਡ ਮੇਰਾ ਇਹਦੇ ਨਾਲ ਕੋਈ ਲਿੰਕ ਨਹੀਂ ਸੀ ਹੈਗਾ। ਇਸ ਬੰਦੇ ਨੇ ਮੈਨੂੰ ਮਤਲਬ ਧਮਕੀਆਂ ਦਿੱਤੀਆਂ ਸੀ ਕਿ ਮੇਰੇ ਕੋਲ ਤੇਰੀਆਂ ਫੋਟੋਜ਼ ਆ ਮੇਰੇ ਚਾਚਾ ਜੀ ਦੇ ਨਾਲ, ਜਿਵੇਂ ਇਹਨਾਂ ਕਿਹਾ ਕਿ ਮੇਰਾ ਪੋਲੀਟੀਕਲ ਕੋਈ ਉਹ ਸੀ ਇਦਾਂ ਸੀ। ਬਟ ਸਰ ਇੱਕ ਚੀਜ਼ ਤੁਸੀਂ ਨੋਟ ਕਰੋ ਕਿ ਪਿੰਡ ਦੇ ਵਿੱਚ ਹੋਰ ਵੀ ਬਹੁਤ ਜਾਣੇ ਹੈਗੇ, ਸਾਡਾ ਪਿੰਡ ਬਹੁਤ ਵੱਡਾ ਆ, ਸਿਰਫ ਇਸ ਬੰਦੇ ਦਾ ਹੀ ਕਿਉਂ ਵੈਰ ਸੀ। ਐਂਡ ਉਹ ਕਹਿੰਦਾ ਆ ਕਿ ਮੈਂ ਜੇਲ੍ਹ ਕੱਟੀ ਆ। ਸਰ ਉਹਨੇ ਜੇਲ੍ਹ ਕੱਟੀ ਆ ਹੀ ਅਗਰੀ, ਬਟ ਸਰ ਕੋਈ ਜੇਲ੍ਹ ਕਿਸੇ ਦੇ ਕਰਕੇ ਨਹੀਂ ਕੱਟਦਾ, ਹਰ ਕੋਈ ਆਪਣੇ ਕੰਮਾਂ ਕਰਕੇ ਜੇਲ੍ਹ ਕੱਟਦਾ ਆ। ਐਂਡ ਮੇਰਾ ਇਹਦੇ ਨਾਲ ਕੋਈ ਪਿਆਰ ਨਹੀਂ ਸੀ, ਕੋਈ ਕੁਛ ਨਹੀਂ ਸੀ। ਅਗਰ ਸਰ ਹੁੰਦਾ ਤੇ ਮੈਂ ਇੰਡੀਆ ਸਰ ਸਾਰਾ ਪਿੰਡ ਗਵਾਹ ਆ ਸਰ, ਸਭ ਨੂੰ ਪਤਾ ਆ
ਮੈਂ ਸਰ ਕੁੱਟ ਵੀ ਖਾਂਦੀ ਰਹੀ ਹਾਂ ਇਹਦੇ ਤੋਂ, ਮੈਂ ਮੈਂਟਲੀ ਵੀ ਸਰ ਬਹੁਤ ਜ਼ਿਆਦਾ ਮੈਨੂੰ ਇਹਨੇ ਟੌਰਚਰ ਕੀਤਾ, ਇਹਨੇ ਇਹਦੀ ਫੈਮਿਲੀ ਨੇ। ਐਂਡ ਮੈਂ ਇਹਦੇ ਤੇ ਕੇਸ ਵੀ ਕੀਤਾ ਸੀ, ਬਟ ਇਹਨੇ ਕੋਈ ਵਾਹ ਪੇਸ਼ ਨਹੀਂ ਜਾਣ ਦਿੱਤੀ। ਐਂਡ ਤੁਹਾਨੂੰ ਕੁੱਟਿਆ ਨੇ ਫਿਜ਼ੀਕਲੀ, ਤੁਹਾਨੂੰ ਟੌਰਚ ਕੀਤਾ ਨਹੀਂ? ਹਾਂਜੀ ਸਰ, ਬਹੁਤ ਜ਼ਿਆਦਾ ਕੀਤਾ। ਹੁਣ ਉਦਣ ਇਹਨਾਂ ਕਿਹਾ ਸੀ ਕਿ ਇਹਦੇ ਚਾਚਾ ਜੀ ਨੇ ਇਹਨੂੰ ਕੁੱਟਿਆ, ਉਹਨਾਂ ਏਦਾਂ ਕੀਤਾ। ਸਰ ਮੈਂ ਤੇ ਆਪਣੀ ਫੈਮਿਲੀ ਕੋਲ ਹੈ ਹੀ ਨਹੀਂ ਸੀ ਉਸ ਟਾਈਮ ਤੇ, ਜਦ ਇਹਦੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਕੁੜੀ ਨੂੰ ਅਗਰ ਅਸੀਂ ਆਪਣੇ ਹੱਥਾਂ 'ਚ ਨਾ ਲਿਆ ਤੇ ਕੁੜੀ ਨੇ, ਕਿਉਂਕਿ ਮੇਰੇ ਚਾਚਾ ਜੀ ਨੇ ਕੇਸ ਕਰ ਦਿੱਤਾ ਸੀ ਇਹਦੇ ਤੇ, ਰੇਪ ਦਾ ਕੇਸ ਵੀ ਤੇ ਉਸ ਤੋਂ ਪਹਿਲਾਂ ਸਮੈਕ ਦਾ ਕੇਸ ਵੀ ਇਹਦੇ ਤੇ ਕਾਫੀ ਕੀਤੇ ਸੀ ਲੋਕ, ਪਤਾ ਨਹੀਂ ਮੈਨੂੰ ਕਿੰਨੇ ਕੀਤੇ ਸੀ, ਕਿਉਂਕਿ ਇਹ ਸਮੈਕ ਦੇ ਨਾਲ ਵੀ ਸੰਬੰਧਿਤ ਸੀ, ਨਸ਼ਿਆਂ ਦੇ ਨਾਲ। ਐਂਡ ਸਰ ਮੈਂ ਇਹਨੂੰ ਇਹ ਕਿਹਾ ਸੀ ਕਿ ਦੇਖ ਬਹੁਤ ਕੁਝ ਹੋ ਗਿਆ ਆ ਇਸ ਸਭ ਦੇ ਵਿੱਚ, ਠੀਕ ਆ ਮੈਂ ਤੇਰੇ ਹੱਕ 'ਚ ਬਿਆਨ ਦੇ ਦਿੱਤੇ ਆ। ਮੇਰੇ ਮਦਰ ਨੇ ਇਹਨੂੰ ਸਪੈਸ਼ਲੀ ਕਾਲ ਵੀ ਕੀਤੀ ਸੀ ਕਿ ਦੇਖ ਸਾਡੀ ਕੁੜੀ ਬੱਚੀ ਆ, ਉਹਦੀ ਜ਼ਿੰਦਗੀ ਖਰਾਬ ਨਾ ਕਰੀ, ਤੂੰ ਉਹਦੇ ਨਾਲ ਵਿਆਹ ਨਾ ਕਰਵਾਈ। ਬਟ ਸਰ ਇਹਨੇ ਧੱਕੇ ਨਾਲ ਵਿਆਹ ਕਰਵਾਇਆ ਸੀ। ਐਂਡ ਅਗਰ ਜੇ ਉਹ ਵਿਆਹ ਮੇਰੀ ਮਰਜ਼ੀ ਦੇ ਨਾਲ ਹੋਇਆ ਸੀ ਸਰ, ਕੋਈ ਰਿਚੁਅਲਸ ਨਹੀਂ ਹੋਏ, ਕੋਈ ਸੈਰੇਮਨੀਜ਼ ਨਹੀਂ ਹੋਏ ਸਰ, ਏਦਾਂ ਦੇ ਵਿਆਹ ਕਿੱਦਾਂ ਹੁੰਦੇ ਜਿਹਦੀ ਇਹਦੇ ਕੋਲ ਕੋਈ ਪ੍ਰੋਪਰਲੀ ਕੋਈ ਇਮੇਜ ਫੋਟੋ ਵੀ ਨਹੀਂ ਹੈਗੀ। ਐਂਡ ਯੂ ਕੈਨ ਸੀ ਜਿਹੜੀਆਂ ਇਮੇਜਸ ਇਹਦੇ ਕੋਲ ਹੈਗੀਆਂ ਉਹਦੇ ਵਿੱਚ ਸਰ ਮੇਰੀ ਸ਼ਕਲ ਦੇਖੋ ਤੁਸੀਂ, ਅਗਰ ਮੈਂ ਕੰਸੈਂਟ ਹੈਗਾ ਸੀ ਮੇਰਾ, ਸੋ ਆਈ ਸ਼ੁਡ ਲੁੱਕ ਹੈਪੀ ਇਨ ਦੈਟ ਪਿਕਚਰਸ। ਤੁਹਾਡੀ ਤਸਵੀਰ ਜਿਹੜੀ ਆ ਤੁਹਾਨੂੰ ਜਦੋਂ ਡ੍ਰੌਪ ਕਰਦੇ ਨੇ 에ਅਰਪੋਰਟ ਤੇ, ਤੁਹਾਨੂੰ ਛੱਡਣ ਆਏ ਸੀ ਨਾ, ਨਾਲ ਤੁਹਾਡੇ ਪਰਿਵਾਰ ਦੇ ਮੈਂਬਰ ਸੀ, ਤਾਂ ਉਹ ਇੱਕ ਤਸਵੀਰ ਤੁਹਾਡੀ ਸਾਂਝੀ ਕਰਨੀ ਚਾਹਾਂਗੇ, ਠੀਕ ਹੈ? ਹਾਂਜੀ, ਮੇਰੇ ਸਿਰਫ ਮਦਰ ਆਏ ਸੀ ਮੇਰੇ ਨਾਲ, ਮੇਰਾ ਬ੍ਰਦਰ ਆਇਆ ਸੀ, ਮੇਰਾ ਬ੍ਰਦਰ ਅਜੇ ਅੰਡਰ ਏਜ ਆ, ਮੇਰੀ ਸਿਸਟਰ ਆਈ ਸੀ ਐਂਡ ਇਹ ਆਏ ਸੀ, ਹੋਰ ਕੋਈ ਨਹੀਂ ਸੀ ਆਇਆ। ਤੁਸੀਂ ਮੇਰੇ ਫਾਦਰ ਨੂੰ ਵੀ ਕਾਲ ਤੇ ਲੈ ਕੇ ਪੁੱਛ ਸਕਦੇ ਹੋ, ਕਿਉਂਕਿ ਮੇਰੇ ਫਾਦਰ ਡੇ 1 ਤੋਂ ਕਹਿੰਦੇ ਸੀ ਕਿ ਸਿਮਰਨ ਆਪਣੇ ਤੁਹਾਡਾ ਵਿਆਹ ਫਿਰ ਕਿਹੜੇ ਸਾਲ 'ਚ ਹੋਇਆ ਸੀ? ਸਰ 2014 7th of July। ਤੁਸੀਂ 14 ਤੋਂ ਲੈ ਕੇ ਫਿਰ 19 ਚ ਆਏ ਹੋ ਅਗਸਤ 'ਚ, ਫਿਰ 14 ਤੋਂ ਲੈ ਕੇ ਫਿਰ 5 ਸਾਲ ਇਹਦੇ ਘਰ ਰਹੇ ਆ ਵਿਆਹ ਤੋਂ ਬਾਅਦ? ਨਹੀਂ ਸਰ, ਸਾਰੇ ਪਿੰਡ ਨੂੰ ਪਤਾ ਆ ਸਰ, ਇਹਦੇ ਘਰ ਦੇ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਸੀ। ਇਵਨ ਇਹਦੇ ਵੱਡੇ ਬ੍ਰਦਰ ਨੇ ਵੀ ਇੱਕ ਵਾਰ ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਇਹ ਕਿਹਾ ਸੀ ਕਿ ਆਪਾਂ ਕੁੜੀ ਕੋ ਬਿਆਨ ਦਵਾ ਲਿਆ, ਹੁਣ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਆ, ਤੇ ਹੋ ਸਕਿਆ ਤੇ ਸ਼ਾਇਦ ਆਪਾਂ ਇਹਨੂੰ ਖਤਮ ਵੀ ਕਰ ਸਕਦੇ ਆ। ਸਰ ਮੈਂ ਬਹੁਤ ਡਰਦੀ ਹੁੰਦੀ ਸੀ, ਮੇਰੇ ਮਦਰ ਮੇਰੇ ਫੈਮਿਲੀ ਦੇ ਵਿੱਚੋਂ ਮੇਰੀ ਕੋਈ ਸਪੋਰਟ ਨਹੀਂ ਸੀ ਕਰਦਾ, ਜਸਟ ਮਾਈ ਮਦਰ ਵਾਸ ਵਿਦ ਮੀ। ਐਂਡ ਮੈਂ ਆਪਣੇ ਘਰ ਰਹਿਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਫਾਦਰ ਨੇ ਮੈਨੂੰ ਕਦੇ ਨਹੀਂ ਸੀ ਕਿਹਾ, ਬਾਅਦ ਚ ਮੈਨੂੰ ਬੁਲਾਉਣ ਲੱਗ ਪਏ ਸੀ ਉਹ, ਬਟ ਮੈਨੂੰ ਉਹਨਾਂ ਕਦੇ ਨਹੀਂ ਸੀ ਕਿਹਾ। ਉਹ ਮੈਨੂੰ ਇਹੀ ਕਹਿੰਦੇ ਸੀ ਕਿ ਤੂੰ ਸਿਮਰਨ ਆਪਣਾ ਸਾਰਾ ਕੁਝ ਪੜ੍ਹ ਲਿਖ ਕੇ ਕਿਸੇ ਵੀ ਤਰ੍ਹਾਂ ਇੱਥੋਂ ਨਿਕਲ ਜਾ, ਕਿਉਂਕਿ ਤੇਰੀ ਮਿੱਟੀ ਬਹੁਤ ਪਲੀਤ ਕਰਤੀ ਇਸ ਬੰਦੇ ਨੇ। ਐਂਡ ਉਸ ਤੋਂ ਬਾਅਦ ਸਰ ਮੈਂ ਇੱਥੇ ਆ ਗਈ। ਜਿੰਨੀ ਦੇਰ ਵੀ ਸਰ ਮੈਂ ਉੱਥੇ ਰਹੀ ਹਾਂ, ਮੈਂ ਕਾਲਜ ਵੀ ਜਾਂਦੀ ਸੀ, ਮੈਂ ਗ੍ਰੈਜੂਏਸ਼ਨ ਕੀਤੀ ਆ ਸਰ, ਕਿਸੇ ਨੂੰ ਕੁਝ ਨਹੀਂ ਸੀ ਪਤਾ that this was happened to me। ਸੋ ਮਤਲਬ ਤੁਸੀਂ 2014 ਤੋਂ ਵਿਆਹ ਕਰਨ ਤੋਂ ਬਾਅਦ ਕਿੰਨਾ ਸਮਾਂ ਇਕੱਠੇ ਰਹੇ ਆ? ਜਦੋਂ ਤੁਸੀਂ ਕੈਨੇਡਾ ਨੂੰ ਆਏ ਆ ਤਾਂ ਤੁਸੀਂ ਉਦੋਂ ਇਹਦੇ ਘਰ ਸਹੁਰੇ ਘਰ ਰਹਿੰਦੇ ਸੀ, ਉਦੋਂ ਸਹੁਰੇ ਘਰੋਂ ਤੁਰੇ ਆ ਜਾਂ ਪੇਕਿਆਂ ਦੇ ਘਰੋਂ ਤੁਰੇ ਆ? ਸਰ ਇਹ ਪਿੰਡ ਨਹੀਂ ਸੀ ਰਹਿੰਦਾ, ਇਹ ਇਸ ਕਰਕੇ ਨਹੀਂ ਸੀ ਰਹਿੰਦਾ ਪਿੰਡ, ਇਹ ਕਿਉਂਕਿ ਮੇਰੇ ਘਰਦਿਆਂ ਨੇ ਇਹਦੇ ਤੇ ਪਰਚਾ ਕੀਤਾ ਸੀ। 2 ਸਾਲ ਕੇਸ ਚੱਲਿਆ ਆ ਆਫਟਰ ਮੈਰਿਜ, ਜਦੋਂ ਲੀਗਲੀ ਡਾਕੂਮੈਂਟਸ ਤੇ ਮੈਰਿਜ ਹੋ ਗਈ 2 ਸਾਲ ਉਸ ਤੋਂ ਬਾਅਦ ਕੇਸ ਚੱਲਿਆ ਆ। ਇਹਦੇ ਰਿਸ਼ਤੇਦਾਰਾਂ ਨੇ ਇਹਨੂੰ ਕਿਹਾ ਸੀ, ਇਹਦੀ ਸਿਸਟਰ ਰਹਿੰਦੀ ਆ ਸਰ ਫਤਿਹਗੜ੍ਹ ਚੂੜੀਆਂ, ਉਹ ਉੱਥੇ ਹੀ ਬਟਾਲੇ ਲੱਗ ਗਈ। ਉਹਨਾਂ ਨੇ ਇਹ ਕਿਹਾ ਸੀ ਕਿ ਅਗਰ ਤੂੰ ਕੁੜੀ ਨੂੰ ਪਿੰਡ ਲੈ ਕੇ ਜਾਏਗਾ ਤੇ ਹੋ ਸਕਦਾ ਆ ਕੁੜੀ ਦੇ ਘਰ ਦੇ ਕੁੜੀ ਨੂੰ ਭਰਮਾ ਕੇ ਤੇਰੇ ਖਿਲਾਫ ਫਿਰ ਬਿਆਨ ਦਵਾ ਦੇਣ, ਕਿਉਂਕਿ ਹਲੇ ਕੇਸ ਸਟਿਲ ਚੱਲਦਾ ਪਿਆ ਆ। ਸਰ 2 ਸਾਲ ਕੇਸ ਚੱਲਿਆ, 2 ਸਾਲ ਇਹਨੇ ਮੈਨੂੰ ਉੱਥੇ ਰੱਖਿਆ ਆਪਣੀ ਸਿਸਟਰ ਕੋ। ਐਂਡ ਇਹ ਜੌਬ ਕਰਦਾ ਸੀ, ਇਹ ਆਈ ਡੋਂਟ ਨੋ ਕਿੱਥੇ ਕਰਦਾ ਸੀ, ਕਿਤੇ ਗੱਡੀ ਚਲਾਉਂਦਾ ਸੀ ਸਰ। ਇਹਨੇ ਮੈਨੂੰ ਉੱਥੇ ਰੱਖਿਆ ਸੀ, ਮੈਂ ਉੱਥੇ ਰਹਿੰਦੀ ਸੀ, ਮੈਂ ਸਕੂਲ 'ਚ ਜੌਬ ਕਰਦੀ ਸੀ ਛੋਟੀ ਜੀ, ਐਂਡ ਮੈਂ ਨਾਲ ਨਾਲ ਆਪਣੀ ਸਟੱਡੀ ਵੀ ਕਰਦੀ ਸੀ। ਵੀ ਵਰ ਨਾਟ ਟੂਗੇਦਰ ਇਨ ਦੈਟ ਵੇ, ਮੈਂ ਕਹਿ ਸਕਦੀ ਹਾਂ। ਐਂਡ ਮੈਨੂੰ ਜੋ ਵੀ ਕੁਝ ਹੋਇਆ ਆਈ ਡੋਂਟ ਨੋ ਸਰ, ਮੈਂ ਤੇ ਬਹੁਤ ਮੁਸ਼ਕਲ ਉੱਥੋਂ ਨਿਕਲੀ ਹਾਂ। ਐਂਡ ਹੋਣੇ ਚਾਹੁੰਦਾ ਆ ਕਿ ਇਹ ਮੈਨੂੰ ਲੈ ਜੇ, ਤੇ ਸਰ ਮੈਂ ਇਹਨੂੰ ਕਿੱਦਾਂ ਲੈ ਕੇ ਆਵਾਂ? ਰੇਡੀਓ ਚੈਨਲ ਤੇ ਇਹਨੇ ਮੈਨੂੰ ਜਲੀਲ ਕਰਵਾ ਦਿੱਤਾ ਆ। 70% ਮੇਰੇ ਮਦਰ ਨੇ ਇਨਵੈਸਟ ਕੀਤਾ ਮੇਰੇ ਤੇ, ਜਸਟ ਇਹਨੇ 30% ਲਾਇਆ। ਜੇ ਇਹ ਚਾਹੁੰਦਾ ਆ ਕਿਸੇ ਦੀ ਲਾਈਫ ਖਰਾਬ ਕਰਕੇ, ਕਿਸੇ ਨੂੰ ਮੈਂਟਲੀ ਅਸੌਲਟ ਕਰਕੇ, ਮੇਰੀ ਫੈਮਿਲੀ ਨੂੰ ਕੱਲ ਪਰਸੋਂ ਦਾ ਸਰ ਫਿਰ ਥ੍ਰੈਟ ਕਰ ਰਿਹਾ ਆ। ਮੇਰੇ ਫਾਦਰ ਉਧਰ ਆ ਕੇ ਬੋਲੇ ਸੀ, ਉਹ ਇਸੇ ਕਰਕੇ ਬੋਲੇ ਸੀ ਬਿਕਾਜ਼ ਇਹਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਡਰਾ ਦਿੱਤਾ ਆ ਕਿ ਆਪਾਂ ਤੇਰੇ ਤੇ ਪਰਚਾ, ਆਪਾਂ ਸਭ ਤੇ ਪਰਚਾ ਕਰ ਦੇਣਾ ਆ, ਤੇ ਤੁਹਾਡੀ ਕੁੜੀ ਦੀ ਮੈਂ PCC ਕਲੀਅਰ ਨਹੀਂ ਹੋਣ ਦੇਣੀ, ਤੁਹਾਡਾ ਬੱਚਾ ਛੋਟਾ ਆ, ਤੁਹਾਡਾ ਬੇਟਾ, ਮੈਂ ਉਹਨੂੰ ਵੀ ਕਿਤੇ ਨਹੀਂ ਜਾਣ ਦੇਣਾ, ਮੈਂ ਉਹਦਾ ਫਿਊਚਰ ਖਰਾਬ ਕਰ ਦੇਣਾ। What should they do, sir? ਉਹ ਕੁਝ ਨਹੀਂ ਕਰ ਸਕਦੇ। Hold on 1 second, let me ask, he is on the line by the way। ਪੀਰਾ ਜੀ, ਤੁਸੀਂ ਇੰਟਰਵਿਊ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਨੂੰ, ਪਰਿਵਾਰ ਨੂੰ ਧਮਕੀ ਦਿੱਤੀਆਂ? ਸਰ ਜੀ ਇਹਦੇ ਮਾਂ ਨੂੰ ਕਰ ਲਓ, ਪਿਓ ਭਰਾ ਨੂੰ ਕਰ ਲਓ ਫੋਨ, ਇਹਦੀ ਕੈਨੇਡਾ ਮੈਂ ਭੈਣ ਰਹਿੰਦੀ ਜੇ, ਜਿਹੜਾ ਭਾਈ ਆ
ਉਹਨਾਂ ਨੂੰ ਪੁੱਛ ਲਓ ਕਿ ਇਹਨੂੰ ਸੱਚ ਪੁੱਛ ਲਓ, ਦੀ ਮਾਂ ਨੂੰ ਪੁੱਛ ਲਓ, ਭਰਾ ਨੂੰ ਲੈ ਲਓ ਲਾਈਨ ਤੇ, ਪੁੱਛ ਲਓ ਦਿੱਤੀ ਕਿ ਇਹਨੂੰ ਭਰਾ ਸੱਚ ਬੋਲਦੇ ਗਾ ਤਾਂ ਐਸੀ ਪੀਰੇ ਜੀ ਤੁਹਾਡੇ ਇਹ ਕਹਿੰਦੇ ਨੇ ਆਪਣੇ ਤੁਹਾਡੇ ਆਪਣੇ ਸਿਮਰਨ ਕਹਿੰਦੇ ਨੇ ਕਿ 30% ਹੀ ਤੁਸੀਂ ਖਰਚਾ ਕੀਤਾ, ਉਹ ਤੁਹਾਡਾ ਦੇਣ ਨੂੰ ਤਿਆਰ ਆ। ਤੁਸੀਂ ਸਰ ਸੁਣ ਲਓ ਮੇਰੀ ਗੱਲ ਸਰ, ਇਹਦੀ ਭੈਣ ਕੈਨੇਡਾ ਬੈਠੀ, ਉਹਨੂੰ ਪੁੱਛ ਲਓ ਕਿੰਨੇ ਪੈਸੇ ਲਾਏ ਨੇ। ਮੈਂ ਸਾਰੇ 1 ਰੁਪਿਆ ਨਹੀਂ ਦਵਾਂਗਾ, ਸ਼ਹੀਦੀ ਸਹੁੰ ਖਾ ਜੇ ਜਾ ਕੇ ਦੀ ਮਾਂ, ਜੇ ਪੈਸੇ ਮੈਂ ਨਹੀਂ ਲਾਏ, ਇਹਨਾਂ ਵੱਧ ਤੋਂ ਵੱਧ 2 ਲੱਖ ਰੁਪਇਆ ਲਾਇਆ ਹੋਏਗਾ, ਬਾਕੀ ਮੈਂ ਲਾਏ ਨੇ। ਸ਼ਹੀਦੀ ਸਹੁੰ ਖਾ ਜੇ, ਇਹਦੀ ਮਾਂ ਦਾ ਭਰਾ ਚਲ ਜੇ, ਮੈਂ 1 ਰੁਪਿਆ ਦਵਾਂਗਾ ਸਰ। ਤੁਸੀਂ ਕਿੰਨੇ ਪੈਸੇ ਲਾਏ ਨੇ? ਸਾਰੇ ਸਾਡੇ ਸਰ। ਮੈਂ ਕਿੰਨੇ ਲਾਏ ਆ ਸਰ? ਜੇ ਤੁਸੀਂ ਮੇਰੇ ਟੋਟਲ ਦੀ ਪੜ੍ਹਾਈ ਤੋਂ ਲਾਓ ਤੇ ਮੈਂ 2 ਲੱਖ ਲੈ ਕੇ ਕੋਈ ਪੈਸਾ ਲਿਆ, ਵਿਆਜ ਉਹਦਾ ਲੱਖ ਰੁਪਇਆ ਵਿਆਜ ਦੇਤਾ, ਉਹਦਾ ਮੈਂ ਘੱਟੋ ਘੱਟ ਮੇਰੇ ਹਿਸਾਬ ਨਾਲ 12 ਲੱਖ ਰੁਪਇਆ ਤੇ ਲਾਇਆ ਵਾ। ਇਹ ਉਹਦਾ ਆਪਣੇ ਮੂੰਹ ਆਪਣੀ ਭੈਣ ਨੂੰ ਕੈਨੇਡਾ ਕਹਿ ਗਿਆ ਸਰ, ਆਪਣੇ ਕੈਨੇਡਾ ਕਹਿ ਗਿਆ ਜੀ ਵੀ ਇਹਨੇ ਮੇਰੇ ਤੇ 10 ਲੱਖ ਰੁਪਇਆ ਲਾਇਆ। ਇਹਦੀ ਭੈਣ ਨੂੰ ਲੈਣ ਤੇ ਲੈ ਲਓ, ਉਹ ਵੀ ਦੱਸ ਦੇਗੀ, ਇਹਦਾ ਭਾਈਆ ਵੀ ਦੱਸ ਦੇਗਾ ਕਿੰਨੇ ਪੈਸੇ ਲਾਏ ਆ। ਮੈਂ 10000 ਰੁਪਏ ਤੁਸੀਂ ਖਰਚ। ਇਹ ਕਹਿ ਰਿਹਾ ਆ ਕਿ ਇਹਨੇ 17 ਤੋਂ 18 ਲੱਖ ਲਾਇਆ ਆ, ਫਿਰ ਹੁਣ ਇੱਥੇ ਆ ਕੇ ਮੈਂ ਨਹੀਂ ਕਿਹਾ ਜੀ, ਬਸ ਜਾਂ ਮੈਂ ਕਿਹਾ ਤਾਂ ਮੈਂ ਨਹੀਂ ਕਿਹਾ, ਝੂਠ ਹੈ ਕਿ ਝੂਠ, ਦੀ ਮਾਂ ਨੂੰ ਪੁੱਛ ਲਓ। You should ask him that first you go and decide that how much you paid and what you did. ਜੀ ਸਿਮਰਤ ਜੀ, ਜ਼ਿਆਦਾਤਰ ਆਪਣੇ ਜਿਹੜੇ ਲਿਸਨਰ ਨੇ ਉਹ ਪੰਜਾਬੀ ਬੋਲਦੇ ਨੇ, ਤੁਸੀਂ ਵੀ ਪੰਜਾਬੀ ਜਾਣਦੇ ਹੋ, ਪਲੀਜ਼ ਪੰਜਾਬੀ 'ਚ ਹੀ ਗੱਲ ਕਰੋ ਪਲੀਜ਼। ਹਾਂਜੀ ਸ਼ੋਰ ਸਰ, ਮੇਰੇ ਮਦਰ ਨੂੰ ਕਾਲ ਤੇ ਲੈ ਲਓ, ਮੇਰੇ ਬ੍ਰਦਰ ਨੂੰ ਲੈ ਲਓ, ਸਾਰਾ ਕੁਝ ਦੱਸਣਗੇ। ਅੱਛਾ ਹੁਣ ਸਿਮਰਤ ਤੁਸੀਂ ਅੱਛਾ ਆਪਣੇ ਹੋਲਡ ਔਨ ਸਿਮਰਤ, ਤੁਹਾਡਾ ਕੀ ਹੁਣ ਫੈਸਲਾ ਕੀ ਤੁਹਾਡੀ ਜ਼ਿੰਦਗੀ ਦਾ ਕਿ ਤੁਸੀਂ ਇਹ ਫੈਸਲਾ ਆਪਣੇ ਆਪ ਲੈਣ ਜਾ ਰਹੇ ਹੋ ਜਾਂ ਆਪਣੀ ਮਾਤਾ ਜੀ ਦੇ? ਸਰ ਮੈਂ ਆਪਣੇ ਮਦਰ ਨੂੰ ਇਸ ਕਰਕੇ ਨਹੀਂ ਕਾਲ ਤੇ ਐਡ ਕਰਨਾ ਦੈਟ ਮੈਨੂੰ ਉਹਨਾਂ ਤੋਂ ਸਪੋਰਟ ਚਾਹੀਦੀ ਆ ਜਾਂ ਮੈਨੂੰ ਉਹਨਾਂ ਦੀਆਂ ਗੱਲਾਂ ਚਾਹੀਦੀਆਂ। ਸਰ ਉਹਨਾਂ ਸੱਚ ਬੋਲਣਾ, ਇਹਦੇ ਇਦਾਂ ਉਹਨੇ ਇਹਦੇ ਹੱਕ 'ਚ ਨਹੀਂ ਕਿਸੇ ਨੇ ਬੋਲਣਾ, ਸਪੋਰਟ ਉਹਨੇ ਸੱਚ ਬੋਲਣਾ ਸਾਰਾ ਹੀ। ਸਿਮਰਤ ਤੁਹਾਡੇ ਮਾਤਾ ਜੀ ਦੀ, ਤੁਹਾਡੇ ਘਰ ਦੇ ਇਨਕਮ ਕੀ ਹੈ, ਕੀ ਕਾਰੋਬਾਰ ਕੀ ਹੈ ਤੁਹਾਡੇ ਮਾਤਾ ਜੀ ਦਾ, ਪਿਤਾ ਜੀ ਦਾ? ਸਰ ਇਹੀ ਗੱਲ ਦਾ ਇਸ ਬੰਦੇ ਨੂੰ ਮਾਣ ਆ ਕਿ ਮੇਰੇ ਹੱਕ 'ਚ ਕਿਸੇ ਨੇ ਬੋਲਣਾ ਨਹੀਂ ਆ। ਕੋਈ ਗੱਲ ਨਹੀਂ ਸਰ, ਮੇਰੇ ਹੱਕ 'ਚ ਕੋਈ ਨਾ ਬੋਲੇ, ਬਟ ਮੈਂ ਆਪਣੇ ਮਦਰ ਨੂੰ ਇਸ ਕਰਕੇ ਕਾਲ ਤੇ ਲੈ ਕੇ ਆਣਾ ਕਿਉਂਕਿ ਕੁਝ ਲੋਕਾਂ ਨੇ ਉਸ ਦਿਨ ਮੇਰੇ ਮਦਰ ਤੇ ਉਂਗਲ ਚੁੱਕੀ ਸੀ ਕਿ ਇਹਦੀ ਮਾਂ ਰਲੀ ਹੋਊਗੀ ਇਹਦੇ ਨਾਲ, ਇਹਨੇ ਇਦਾਂ ਕੀਤਾ ਹੋਊਗਾ। ਸਰ ਕਿਸੇ ਨੂੰ ਪਤਾ ਲੱਗੇ ਕਿ ਕੋਈ ਵੀ ਮਾਂ ਇਹ ਨਹੀਂ ਚਾਹੁੰਦੀ ਕਿ ਉਹਦੀ ਕੁੜੀ ਦਾ ਘਰ ਖਰਾਬ ਹੋਏ। ਅਗਰ ਉਹ ਮੈਰਿਡ ਹੈਗੀ ਆ ਐਂਡ ਉਹ ਖੁਸ਼ ਹੈਗੀ ਆ ਆਪਣੀ ਲਾਈਫ 'ਚ, ਅਗਰ ਉਹਨੂੰ ਪਤਾ ਆ ਕਿ ਮੇਰੀ ਔਲਾਦ ਆਲਰੇਡੀ ਬਹੁਤ ਜ਼ਿਆਦਾ ਸਫਰ ਕਰ ਚੁੱਕੀ ਆ, ਉਹ ਇਸੇ ਕਰਕੇ ਕਹਿ ਰਹੀ ਆ ਕਿ ਇਸ ਰਿਸ਼ਤੇ ਦੇ ਵਿੱਚ ਕੁਝ ਨਹੀਂ ਰਹਿ ਗਿਆ ਸਰ। ਐਂਡ ਅਗਰ ਸਰ ਇਹਨੂੰ ਜੇ ਲੱਗਦਾ ਆ ਕਿ ਇੰਨਾ ਕੁਛ ਕਰਕੇ ਇਹ ਚਾਹੁੰਦਾ ਆ, ਇਹ ਸਰ ਇਹਨੇ ਇੱਕ ਵਾਰਾ ਵੀ ਕਿਹਾ ਰੇਡੀਓ ਚੈਨਲ ਤੇ ਆ ਕੇ ਕਿ ਮੇਰੇ ਨਾਲ ਇਹ ਰਾਜ਼ੀਨਾਮਾ ਕਰ ਲੈਣ, ਜੇ ਇਹ ਕੁੜੀ ਨਹੀਂ ਮੰਨਦੀ ਮੈਂ ਪੈਸੇ ਲੈ ਲੈਣਾ ਇਹਨਾਂ ਕੋ, ਅਸੀਂ ਤਿਆਰ ਆ ਸਰ ਇਹਨੂੰ ਪੈਸੇ ਦੇਣ ਲਈ, ਤੇਰੇ ਨਾਲ ਪੈਸੇ ਲੈ ਕੇ ਅਸੀਂ ਖਤਮ ਕਰ ਲੈਣੇ। ਇਹ ਕਹਿੰਦਾ ਆ ਕਿ ਮੈਨੂੰ ਇੱਥੇ ਲੈ ਕੇ ਆ। ਸਰ ਨਹੀਂ, ਮੈਨੂੰ ਇੱਥੇ ਲੈ ਕੇ ਨਹੀਂ ਆਉਣਾ ਬਿਕਾਜ਼ ਇਹਨੇ ਮੇਰੀ ਆਲਰੇਡੀ ਬਹੁਤ ਜ਼ਿਆਦਾ, ਇਹਨੇ ਮੇਰੇ ਕਰੈਕਟਰ ਵਾਈਜ਼ ਇਹਨੇ ਮੈਨੂੰ ਭੰਡ ਦਿੱਤਾ ਆ, ਮੇਰੀ ਲਾਈਫ ਖਰਾਬ ਕਰ ਦਿੱਤੀ ਆ। ਤੁਸੀਂ ਕਿੰਨੇ ਪੈਸੇ ਦੇਣ ਨੂੰ ਤਿਆਰ ਹੋ? ਕਿੰਨੇ ਪੈਸੇ ਦੇਣ ਨੂੰ ਤਿਆਰ ਹੋ ਹਰਸਿਮਰਨ? ਸਰ ਜਿੰਨੇ ਇਹਨੇ ਲਾਏ ਆ ਮੈਂ ਉਹਨੇ ਤੇ ਅਸੀਂ ਇਹਨੂੰ ਦੇਣ ਨੂੰ ਤਿਆਰ ਹਾਂ। ਕਿੰਨੇ ਲਾ ਤੁਹਾਡੇ ਦਾ ਕਿੰਨੇ ਲਾਏ ਸਿਮਰਨ ਦੱਸੋ? 30% ਸਰ ਲਾਇਆ। ਉਹ ਤੇ ਸਰ ਇਹ ਮੰਨੂਗਾ ਜਦ 4 ਬਾਕੀ ਸਾਹਿਬ ਉਹ ਤੇ ਇਹਦੀ ਭੈਣ ਪਤੀ ਕੈਨੇਡਾ ਸੁਣ ਲਓ, ਕੈਨੇਡਾ ਇਹਦੀ ਭੈਣ ਨੂੰ ਪੁੱਛ ਲਓ, ਇਹਦਾ ਭਾਈਆ ਕੈਨੇਡਾ ਬੈਠਾ, ਉਹ ਸੱਚ ਸਭ ਕੁਝ ਦੱਸ ਦੇਗਾ, ਕਿੰਨਾ ਉਹ ਕਹਿ ਕੇ ਆਈ ਹੈ, ਉਹ ਸੱਚ ਦੱਸਣਗੇ, ਸਭ ਕੁਝ ਸੱਚ ਹੀ ਆ। ਤੁਹਾਡੀ ਭੈਣ ਭਰਾ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ, ਤੁਹਾਡੇ ਸਿਸਟਰ ਤੁਹਾਡੇ ਤੋਂ ਵੱਡੇ ਆਫ ਕੋਰਸ ਹੋਣਗੇ। ਆਈ ਵਿਲ ਨੋਟ, ਮੈਂ ਝੂਠ ਨਹੀਂ ਬੋਲੂੰਗੀ, ਜਿਹੜੀ ਮੇਰੀ ਸਿਸਟਰ ਕੈਨੇਡਾ ਦੇ ਵਿੱਚ ਰਹਿੰਦੀ, ਜਦ ਮੈਂ ਇੱਥੇ ਆਈ ਸੀ ਮੈਂ 10 ਦਿਨ ਉਹਦੇ ਕੋਲ ਰਹੀ ਹਾਂ, ਨਾਇਗਰਾ ਫਾਲਸ ਰਹਿੰਦੀ ਆ ਉਹ। ਉਸ ਤੋਂ ਬਾਅਦ ਸਰ ਉਹਨਾਂ ਦਾ ਆਪਸ 'ਚ ਹਸਬੈਂਡ ਵਾਈਫ ਦਾ ਕੋਈ ਮੈਟਰ ਹੋਇਆ ਸੀ ਉਹਨਾਂ ਦਾ, ਇਸ ਕਰਕੇ ਮੈਂ ਉੱਥੋਂ ਵਾਪਸ ਆ ਜਾਣਾ ਸਹੀ ਸਮਝਿਆ ਕਿਉਂਕਿ ਮੈਨੂੰ ਵਧੀਆ ਨਹੀਂ ਲੱਗਦਾ। ਸਾਰੇ ਉੱਥੇ ਲੜ ਕੇ ਆਈ, ਸਾਰੇ ਪੁਲਿਸ ਨੂੰ ਫੋਨ ਕਰਤਾ, ਸਰ ਸੁਣੋ ਮੇਰੀ ਗੱਲ, ਇਹਨਾਂ ਪੁਲਿਸ ਨੂੰ ਫੋਨ ਕਰਤਾ, ਇਹਦਾ ਜਵਾਈ ਦਾ ਭਾਈਆ ਉਹਨੂੰ ਜੇਲ੍ਹ 'ਚ ਦੇ ਦੇਣ ਲੱਗੇ, ਉਹਨਾਂ ਨੂੰ ਇਹ ਫੜਾਉਣ ਤੱਕ ਗਈ ਕਰਕੇ ਆਈ, ਉੱਥੋਂ ਸਾਰਾ ਉਹਨਾਂ ਫਿਰ ਕੱਢੀ ਆ। ਚਲੋ ਸਰ ਕੋਈ ਗੱਲ ਨਹੀਂ, ਜੋ ਹੀ ਕਹਿਣ ਡਿਆ ਇਹਨੂੰ ਕੋਈ ਨਹੀਂ, ਇਹਨਾਂ ਨੂੰ ਕਹਿ ਲੈਣ ਦੋ, ਫਰੀडम ਆਫ ਸਪੀਚ ਹੈਗੀ ਆ ਇਹਨਾਂ ਨੂੰ, ਕੋਈ ਨਹੀਂ ਬੋਲ ਲੈਣ ਦੋ। ਤੁਸੀਂ ਉਹਨਾਂ ਨੂੰ ਕਾਲ ਤੇ ਲੈ ਲਓ ਐਂਡ ਉਹਨਾਂ ਨੂੰ ਸਰ ਕਿੱਦਾਂ ਪਤਾ ਆ ਅਗਰ ਇਹਨੇ ਪੈਸੇ ਲਾਇਆ, ਇਹਨੂੰ ਕਹੋ ਪ੍ਰੂਫ ਦੇ ਕਿ ਇਹਨੇ ਪੈਸੇ ਲਾਏ ਆ। ਸਰ ਪ੍ਰੂਫ ਤੇ ਸਿਮਰਨ ਤੁਹਾਡੇ ਮੁਤਾਬਕ ਕਿੰਨੇ, ਤੁਹਾਡੇ ਗੱਲ ਨੂੰ ਨਿਵੇੜੀ ਆਪਾਂ, ਤੁਹਾਡੇ ਮੁਤਾਬਕ ਕਿੰਨੇ ਪੈਸੇ ਜਸਟ ਅਪਰੋਕਸੀਮੇਟਲੀ ਤੁਸੀਂ ਕਿੰਨੇ ਪੈਸੇ ਦੇਣ ਤਿਆਰ ਹੋ? ਅਪਰੋਕਸੀਮੇਟਲੀ ਸਰ ਤੇ 4 ਤੋਂ 5 ਲੱਖ ਸਰ, ਇਸ ਤੋਂ ਵੱਧ ਨਹੀਂ ਲਾਇਆ। ਅੱਛਾ ਐਂਡ ਸਰ ਜੇ ਇਹ ਕਹਿੰਦਾ ਆ ਕਿ ਮੈਂ ਪੈਸੇ ਲਾਏ ਪੈਸੇ ਦਾ ਰੌਲਾ ਪਾਉਂਦਾ ਆ, ਫਿਰ ਸਰ ਵਿਆਹ ਵੀ ਤੇ ਇਹਨੇ ਧੱਕੇ ਨਾਲ ਕਰਵਾਇਆ ਸੀ, ਰੇਡੀਓ ਚੈਨਲ ਤੇ ਮਿੱਟੀ ਵੀ ਤੇ ਇਹਨੇ ਪਲੀਤ ਕੀਤੀ, ਫਿਰ ਪੈਸਿਆਂ ਦਾ ਕੀ ਕਹਿੰਦਾ? ਅਗਰ ਹੋਰ ਕਿਸੇ ਨਾਲ ਵਿਆਹ ਕਰਵਾਇਆ ਹੁੰਦਾ ਇਹਨੇ ਉਹਦੀ ਪੜ੍ਹਾਈ ਤੇ ਨਹੀਂ ਸੀ ਲਾਉਣੇ, ਮੇਰੀ ਪੜ੍ਹਾਈ ਤੇ ਮੇਰੀ ਮਦਰ ਨੇ ਪੈਸੇ ਲਾਏ ਆ, ਇਹਨੇ ਨਹੀਂ ਲਾਏ ਹੈਗੇ। ਇਹਦੇ ਕੋਲ ਸਰ ਇਹਦੇ ਘਰਦਿਆਂ ਨੇ ਇਹਨੂੰ ਜਾਇਦਾਦ ਤੋਂ ਵੀ ਬੇਦਖਲ ਕੀਤਾ ਆ, ਉਹ ਇਸ ਕਰਕੇ ਕਿ ਕੱਲ ਨੂੰ ਅਗਰ ਅਸੀਂ ਕੁੜੀ ਨਾਲ ਕੁਝ ਮਾੜਾ ਕੀਤਾ, ਜੇ ਕੁੜੀ ਦੇ ਘਰਦਿਆਂ ਨੇ ਕੋਈ ਸਟੈਪ ਚੁੱਕਿਆ ਤੇ ਇਹਦੇ ਤੇ ਹੀ ਸਾਰਾ ਕੁਝ ਹੋਊਗਾ, ਸਾਡੇ ਤੇ ਕੁਝ ਨਹੀਂ ਹੋਊਗਾ।
ਸਰ ਕਿਸੇ ਕੋ ਵੀ ਪਿੰਡੋਂ ਪਤਾ ਅਖੌਂਡ ਅਸੀਂ ਪਬਲਿਕ ਓਪੀਨੀਅਨ ਲੈ ਲਈਏ, ਉਸ ਤੋਂ ਬਾਅਦ ਅਸੀਂ ਬਾਈਂਡ ਅਪ ਕਰਾਂਗੇ ਸ਼ੋਅ ਨੂੰ। ਔਰ ਤੁਸੀਂ ਆਪਣਾ ਇਹ ਤੁਹਾਡਾ ਫੈਸਲਾ ਜਿਹੜਾ ਹੈ ਅਟਲ ਹੈ, ਮਤਲਬ ਤੁਹਾਡਾ ਇਹ ਲਾਸਟ ਫੈਸਲਾ ਹੈ, ਫਾਈਨਲ ਫੈਸਲਾ ਹੈ, ਡਿਸੀਜਨ ਹੈ ਕਿ ਤੁਹਾਡਾ ਕਿ ਤੁਸੀਂ ਇਸ ਆਪਣੇ ਹਸਬੰਡ ਨਾਲ ਨਹੀਂ ਰਹਿਣਾ ਤੇ ਤੁਸੀਂ ਜੋ ਲੈਣ ਦੇਣ ਹੈ ਉਹ ਕਰਨਾ ਹੈ, ਤੇ ਤੁਸੀਂ ਆਪਣੀ ਜ਼ਿੰਦਗੀ ਇੱਕ ਵੱਖਰੀ ਕਰ ਚੁੱਕੇ ਹੋ ਇਹਦੇ ਨਾਲੋਂ। ਹਾਂਜੀ ਹਾਂਜੀ ਸੋ ਮਿਹਰਬਾਨੀ। ਔਰ ਅਸੀਂ ਪਬਲਿਕ ਓਪੀਨੀਅਨ ਜਿਹੜੀ ਹੈ ਉਹ ਲੈ ਰਹੇ ਹਾਂ। ਹੋਲਡ ਰੱਖੋ ਪਲੀਜ਼। ਸ਼ੋਰ ਲੋ ਸਰ